ਸੋ ਅੱਜ ਦਾ ਆਪਣਾ ਟੌਪਿਕ ਹੈਗਾ ਵਾ ਮਾਫੀ ਮੰਗਣਾ ਤੇ ਮਾਫ ਕਰਨਾ। ਇਹ ਦੋ ਬਹੁਤ ਵੱਡੀਆਂ ਕਮਾਂਡਸ ਆ ਜਿਹੜੀਆਂ ਆਪਾਂ ਨੂੰ ਵਚਨ ਦੇ ਵਿੱਚ ਮਿਲੀਆਂ ਵਾ। ਸੋ ਆਪਾਂ ਨੂੰ ਗੁਨਾਹਾਂ ਦੀ ਮਾਫੀ ਤਾਂ ਹੀ ਮਿਲਦੀ ਆ ਜੇ ਆਪਾਂ ਪੂਰੇ ਦਿਲ ਤੋਂ ਪਰਮੇਸ਼ਵਰ ਤੋਂ ਮਾਫੀ ਮੰਗਦੇ ਆ। ਸੋ ਜਿੱਦਾਂ ਕਿ ਵਚਨ ਦੇ ਵਿੱਚ ਲਿਖਿਆ ਵਾ ਜੌਨ 1st ਚੈਪਟਰ ਉਹਦੀ 9th ਵਰਸ ਦੇ ਵਿੱਚ, John chapter 1 from verse number 9. If we confess our sins, यदि हम अपने पापों की माफ़ी मांगे, He is faithful and just to forgive us our sins and to cleanse us all from all the unrighteousness. और वो वफादार है कि हमारे हर प्रकार के अधर्म से हमें क्षमा करे और हमें शुद्ध कर सके। ਹੁਣ ਜਿੱਦਾਂ ਦੇ ਵੀ ਪਾਪ ਆਪਾਂ ਕਰਦੇ ਆ, Whatsoever sin we commit, ਉਹ ਮੈਟਰ ਨਹੀਂ ਕਰਦਾ ਵੱਡੇ ਆ ਚਾਹੇ ਛੋਟੇ ਆ, ਉਹ ਮਾਫੀ ਮੰਗਦੇ ਹੋ। but with all your heart, if you have asked forgiveness from the Lord, ਪ੍ਰਭੂ ਉਹਨਾਂ ਪਾਪਾਂ ਨੂੰ ਜ਼ਰੂਰ ਮਾਫ ਕਰਦਾ ਹੈ। and the Lord is faithful to forgive you for all your sins. ਸੋ ਹੁਣ ਆਪਾਂ ਸਾਰੇ ਜਾਣੇ ਪਛਤਾਤਾਪ ਕਰਾਂਗੇ। And we will all ask for repentance. ਸਾਰੇ ਜਾਣੇ ਆਪਣੇ ਗੋਡਿਆਂ ਦੇ ਭਾਰ ਆ ਜਾਓ, Kindly please come upon your knees. ਕਿਉਂਕਿ ਇਹ ਬਹੁਤ ਹੀ ਜ਼ਰੂਰੀ ਪਾਰਟ ਆ ਆਪਣੀ ਨਿਊ ਬਿਗਨਿੰਗ ਦਾ। It's a first and very great part of this new beginning of a life. ਕਿ ਆਪਾਂ ਜਿਹੜੇ ਆਪਣੇ ਪੁਰਾਣੀਆਂ ਗਲਤੀਆਂ ਵਾ ਉਹਨਾਂ ਦੀ ਮਾਫੀ ਮੰਗੀਏ। That all our past sins or unforgiveness, we should begin with a new one. ਹੁਣ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤੁਸੀਂ ਕੀ ਪਾਪ ਕੀਤੇ ਆ, ਕਿਹਦੇ ਪ੍ਰਤੀ ਕੀਤੇ ਆ। And you all know what offenses for sins you have all committed. ਹੁਣ 2 ਮਿੰਟ ਲਈ ਤੁਸੀਂ ਪਛਤਾਤਾਪ ਕਰਨਾ ਵਾ। For 2 minutes you kindly ਸਿਰਫ ਮਾਫੀ ਮੰਗਣੀ ਆਪਣੇ ask ਗੁਨਾਹਾਂ the ਦੀ। forgiveness for 2 minutes. ਆਮੇਨ Amen. ਸੋ ਇੱਕ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਵਾ ਕਿ ਆਪਾਂ ਪਛਤਾਤਾਪ ਕਾਹਦੋਂ ਕੀਤਾ ਵਾ। ਮੇਰੇ ਸਰ ਆ ਇੱਕ ਸੰਡੇ ਸਕੂਲ ਨੂੰ ਲੀਡ ਕਰਦੇ ਆ। And I'll tell you a story why I told you to ask for forgiveness. A sir of mine who takes Sunday classes. ਮੈਂ ਤੁਹਾਨੂੰ ਉਦਾਹਰਨ ਦਿੰਦਾ, ਇੱਕ ਥਾਂ ਤੇ ਨਾ ਬਹੁਤ ਜ਼ਿਆਦਾ ਵਾਇਰਸ ਫੈਲ ਗਿਆ ਸੀਗਾ। And I want to tell you that a place where virus spread very rapidly. ਤੇ ਉੱਥੇ ਜਿਹੜੇ ਬੱਚੇ ਪੈਦਾ ਹੋ ਰਹੇ ਸੀਗੇ ਉਹ ਜਾਂ ਤਾਂ ਕੁਝ ਟਾਈਮ ਬਾਅਦ ਮਰ ਰਹੇ ਸੀਗੇ ਜਾਂ ਫਿਰ ਉਸੇ ਥਾਂ ਹੀ ਮਰ ਰਹੇ ਸੀਗੇ। The children born died after some time or at the same time. ਤੇ ਇੱਕ ਮਤਲਬ ਕਾਫੀ ਡਾਕਟਰਸ ਨੂੰ ਭਾਜਣਾ ਪਈਆਂ ਸੀ ਵੀ ਇਹ ਕਾਹਤੋਂ ਹੋ ਰਿਹਾ ਵਾ। And doctors were quite busy why it's happening. ਤੇ ਇੱਕ ਡਾਕਟਰ ਨੂੰ ਪਤਾ ਲੱਗਾ ਕਿ ਉਹ ਆਪਣੇ ਹੱਥ ਨਹੀਂ ਧੋ ਰਹੇ ਹੈਗੇ ਜਦੋਂ ਜਿੱਦਾਂ ਦੂਸਰੇ ਮਰੀਜ਼ਾਂ ਤੋਂ ਇਲਾਜ ਕਰਦੇ ਸੀਗੇ ਉਹਨਾਂ ਦਾ, ਤੇ ਜਦੋਂ ਡਿਲੀਵਰੀ ਲੈਣ ਜਾਂਦੇ ਸੀਗੇ ਬੱਚਿਆਂ ਦੀ ਤੇ ਉਹ ਹੱਥ ਨਹੀਂ ਧੋ ਰਹੇ ਸੀਗੇ। And doctors came to know when they used to go for delivering a lady, they never washed their hands which were contaminated. ਤੇ ਉਹ ਜਿਹੜਾ ਵਾਇਰਸ ਸੀਗਾ ਉਹ ਬੱਚਿਆਂ ਦੇ ਵਿੱਚ ਆਈ ਜਾ ਰਿਹਾ ਸੀਗਾ। And that's why the virus was spreading amongst the children. ਹੁਣ ਇਦਾਂ ਹੀ ਆ, ਜੇ ਤੁਸੀਂ ਪ੍ਰਭੂ ਦੇ ਅੱਗੇ ਬਿਨਾਂ ਪਛਤਾਤਾਪ ਤੋਂ ਜੋ ਤੁਸੀਂ ਚੀਜ਼ਾਂ ਮੰਗਦੇ ਉਹਨਾਂ ਵਿੱਚ ਵਾਇਰਸ ਆ ਜਾਂਦਾ ਜਾਂ ਫਿਰ ਉਹ ਪੂਰੀਆਂ ਨਹੀਂ ਹੁੰਦੀਆਂ। And without repentance, if you ask for the things, they won't happen or the virus peeps in. ਇਹ ਚੀਜ਼ ਬਾਲੀ ਵੱਡੀ ਨਹੀਂ ਹੈਗੀ ਰੋਜ਼ ਕਰਨ ਵਾਸਤੇ। And it's not a big deal to do it. ਤੇ ਜਦੋਂ ਇੱਕ ਡਾਕਟਰ ਨੂੰ ਪਤਾ ਲੱਗਾ ਉਹਨੇ ਬਾਕੀ ਸਾਰਿਆਂ ਨੂੰ ਦੱਸਣਾ ਚਾਹਿਆ, ਉਹ ਕਹਿੰਦੇ ਇਹ ਤਾਂ ਪਾਗਲ ਹੈਗਾ ਵਾ। And the doctor who came to know, he started to just tell others, they thought he's crazy. ਤੇ ਪਰ ਜਦੋਂ ਸਾਰਿਆਂ ਨੇ ਜਿੱਦਾਂ ਸ਼ੁਰੂ ਕਰ ਦਿੱਤਾ ਤੇ ਬੱਚੇ ਬਚਣੇ ਸ਼ੁਰੂ ਹੋ ਗਏ। When all started to begin and the children were saved. ਤੇ ਇਹ ਸਾਰੀ ਸੇਮ ਕਹਾਣੀ ਤੁਹਾਡੇ ਜੀਵਨ ਤੇ ਵੀ ਅਪਲਾਈ ਹੁੰਦੀ ਆ। And the same story applies in your lives too. ਤੇ ਹੁਣ ਮੈਨੂੰ ਇੱਕ ਚੀਜ਼ ਦੱਸੋ, ਮਾਫ ਕਰਨ ਵਾਲਾ ਵੱਡਾ ਜਾਂ ਫਿਰ ਮਾਫੀ ਮੰਗਣ ਵਾਲਾ ਵੱਡਾ? Tell me whether the one who forgives or the one who is forgiven is greater. ਦੋਵੇਂ ਵੱਡੇ ਹੁੰਦੇ ਆ। Both are. ਕਿਉਂਕਿ ਆਪਣੀ ਜਿਹੜੀ ਗਲਤੀ ਆ ਉਹ ਮੰਨਣੀ ਵੀ ਬਹੁਤ ਵੱਡੀ ਗੱਲ ਆ। But to confess of all your sins also a great deal. ਹੁਣ
ਅੱਜ ਕੱਲ ਵੈਸੇ ਕੋਈ ਗਲਤੀ ਮੰਨਦਾ ਨਹੀਂ ਛੇਤੀ, These days no one asks for the repentance and ਪਰ coming. ਮੰਨ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ, But it is very good that you do ask for repentance. ਤੇ ਮਾਫ ਕਰਨਾ ਵੀ ਵੱਡੀ ਗੱਲ ਹੁੰਦੀ ਹੈ। And it's great deal to forgive also. ਤੇ ਆਪਾਂ ਨੂੰ ਪ੍ਰਭੂ ਕਹਿੰਦੇ ਆ ਕਿ ਸਾਰਿਆਂ ਨੂੰ ਮਾਫ ਕਰੋ। And the Lord says forgive all. ਇਹ ਤੁਸੀਂ ਕਹਿ ਲਓ ਵੀ ਕੋਈ ਕਾਈਂਡਨੈਸ ਦਾ ਐਕਟ ਨਹੀਂ ਹੈਗਾ ਇਹ। It's not an act of kindness. ਇਹ ਬਾਈਬਲ ਦੇ ਵਿੱਚ ਆਪਾਂ ਨੂੰ ਕਮਾਂਡ ਦਿੱਤੀ ਗਈ ਆ। And it is a command from the Bible. ਐਂਡ ਮੈਂ ਤੁਹਾਨੂੰ ਦਿਖਾਉਣਾ ਵਾ ਇੱਕ ਵਾਰ। That I will show you from the Bible. Sorry. It's easier than ever to make a custom video ad, reach new customers, and grow your business. With YouTube Ads AI-powered solutions. Get started today with YouTube Ads. For if you Matthew 6 or the 14. Matthew chapter 6 verse 14. For if you forgive other people ਜੇ ਤੁਸੀਂ ਦੂਸਰਿਆਂ ਨੂੰ ਉਹਨਾਂ ਦੇ ਪਾਪ ਮਾਫ ਕਰ ਦਵੋ, when they sin against you, जब वो हम तुम्हारे विरुद्ध पाप करें, your heavenly Father will also forgive you. आपका स्वर्गीय पिता भी आपको क्षमा करेगा. ਹੁਣ ਇਹ ਆਪਾਂ ਨੂੰ ਕਮਾਂਡ ਦਿੱਤੀ ਹੋਈ ਆ। This is the command given to us. ਜੇ ਤੁਸੀਂ ਕਿਸੇ ਨੂੰ ਮਾਫ ਕਰਦੇ ਆ ਫਿਰ ਹੀ ਤੁਹਾਨੂੰ ਖੁਦਾ ਮਾਫ ਕਰਦਾ ਵਾ। If you forgive someone, then the Lord forgives you. ਬਿਨਾਂ ਮਾਫੀ ਦੇਣ ਤੋਂ ਪਛਤਾਪ ਕਰਨ ਦਾ ਫਿਰ ਇਹਦਾ ਮਤਲਬ ਕੋਈ ਫਾਇਦਾ ਨਹੀਂ ਹੈਗਾ। And without getting forgiven, there is no need for the repentance. ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਿ ਤੁਸੀਂ ਇੱਕ ਵਾਰ ਨਹੀਂ ਸਗਾ ਅਣਗਿਣਤ ਵਾਰ ਮਾਫ ਕਰੋ, ਕਿਉਂਕਿ ਆਪਾਂ ਸਕੋਰ ਨਹੀਂ ਬਣਾ ਰਹੇ ਹੈਗੇ ਕੋਈ। For the Bible says that you not only forgive once, but all the time you're not creating a score. Matthew chapter 18 Matthew chapter number 18 verse 21 to 22. verse number 21 to 22. Peter came to Jesus and asked, And Peter पत्रस प्रभु यीशु को आए, Lord, how many times shall I forgive my brother and sister कि प्रभु जी मैं अपने भैणा भरावां ਨੂੰ ਕਿੰਨੀ ਵਾਰ क्षमा ਕਰਾਂ who sin against me? ਜੋ ਮੇਰੇ ਵਿਰੁੱਧ ਪਾਪ ਕਰਦੇ ਹਨ. ਹੁਣ ਪਤਰਸ ਨੇ ਪ੍ਰਭੂ ਨੂੰ ਪੁੱਛਿਆ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਕਿੰਨੀ ਵਾਰ ਮਾਫ ਕਰਾਂ? Now Peter is asking the Lord how many times I got to forgive my brothers and sisters. Up to 7 times. 7 times. ਤੇ ਪ੍ਰਭੂ ਨੇ ਉਹਨਾਂ ਨੂੰ ਕੀ ਕਿਹਾ? And what did the Lord Jesus say? Jesus answered, And Jesus answered unto them, I'll tell you not 7 times, मैं कहना कि 7 बार नहीं, but 77 times. लेकिन 70 गुना 7 बार. ਹੁਣ ਇੱਥੇ ਤਾਂ ਪ੍ਰਭੂ ਜੀ ਨੇ ਵੀ ਕਹਿ ਦਿੱਤਾ ਕਿ ਤੁਸੀਂ ਬਾਰ-ਬਾਰ ਮਾਫ ਕਰੋ, ਚਾਹੇ ਉਹ ਜਿਹੜੀ ਮਰਜ਼ੀ ਗਲਤੀ ਕਰ ਰਿਹਾ, ਜਿੰਨੀ ਵੱਡੀ ਕਰ ਰਿਹਾ ਵਾ। And now the Lord is saying again and again forgive. How much the sin is, it doesn't matter. ਉਹਨੂੰ ਕੋਈ ਸਜ਼ਾ ਦੇਣ ਦੀ ਜ਼ਰੂਰਤ ਨਹੀਂ ਹੈਗੀ। You need not punish him. ਨਾਲੇ ਇਹਦੇ ਨਾਲ ਤੇ ਨਾਲੇ ਇੱਕ ਪਿਆਰ ਵਧੂਗਾ। And now the love grows. ਨਾਲੇ ਅਗਲੇ ਨੂੰ ਵੀ ਲੱਗੂਗਾ ਵੀ ਤੁਸੀਂ ਚੰਗੇ ਆ, ਤੁਸੀਂ ਪਿਆਰ ਕਰਨ ਵਾਲੇ ਆ। And others also come to know you are the loving ones. ਉਹਦਾ ਵੀ ਤੁਹਾਡੇ ਪ੍ਰਤੀ ਪਿਆਰ ਵਧੂਗਾ। And through him also you are loved. ਕਿਉਂਕਿ ਜਿਹੜਾ ਉਹਨੇ ਤੁਹਾਡੇ ਪ੍ਰਤੀ ਜਾਂ ਫਿਰ ਤੁਹਾਡੇ ਅਗੇਂਸਟ ਜੋ ਵੀ ਉਹਨੇ ਪਾਪ ਕੀਤਾ ਵਾ ਜਾਂ ਫਿਰ ਤੁਹਾਡਾ ਮਤਲਬ ਬੁਰਾ ਚਾਹਿਆ ਵਾ, And whatsoever sin he has committed against you or spoken against you, ਉਹ ਪ੍ਰਭੂ ਨੂੰ ਕ੍ਰਾਸ ਤੋਂ ਚੜਨ ਤੋਂ ਬੁਰਾ ਤੇ ਨਹੀਂ ਹੋ ਸਕਦਾ ਨਾ। and that cannot be dangerous and more unworthy than the Lord lifting up your cross. ਆਪਾਂ ਲੂਕ 23 ਉਹਦੀ 34th verse ਪੜਾਂਗੇ। And Luke 23 verse 24 we will read. Sorry, 34. 34. Yes. Father, forgive them, पिता क्षमा करे for they do not know क्योंकि ये नहीं जानते what they are doing. कि ये की कर रहे हैं. ਹੁਣ ਜਦੋਂ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਸੀਗੀ, And when Jesus was given a death sentence, ਜਦੋਂ ਉਹਨਾਂ ਨੂੰ ਕ੍ਰੂਸੀਫਾਈ ਕੀਤਾ ਗਿਆ, when he was crucified, ਤੇ ਉਹਨਾਂ ਨੂੰ ਇੰਨੀ ਜ਼ਿਆਦਾ ਪੇਨ ਹੋ ਰਹੀ ਸੀਗੀ, ਮਤਲਬ ਉਹਨਾਂ ਦੇ ਇੱਕ ਖਾਸ ਬੰਦੇ ਨੇ ਉਹਨਾਂ ਨੂੰ ਧੋਖਾ ਦਿੱਤਾ ਸੀਗਾ। and his very near man just deceived him and he was in great pain.
ਹੁਣ ਇੱਥੇ ਦੁੱਖ ਤੇ ਬਹੁਤ ਲੱਗਦਾ ਵੀ ਤੁਹਾਡੇ ਖਾਸ ਬੰਦੇ ਨੇ ਤੁਹਾਨੂੰ ਧੋਖਾ ਦਿੱਤਾ ਵਾ, And it is painful when your near one just deceives you. ਪਰ ਤੁਸੀਂ ਹੁਣ ਉਹਨੂੰ ਮਾਫ ਕਰਨਾ ਕਿਉਂਕਿ ਪ੍ਰਭੂ ਨੇ ਵੀ ਉਹਨੂੰ ਮਾਫ ਕੀਤਾ ਸੀਗਾ। But God, you got to forgive him, for the Lord also forgives. ਸੋ ਜਦੋਂ ਆਪਾਂ ਕਿਸੇ ਨੂੰ ਮਾਫ ਕਰਦੇ ਆ, ਇਹ ਆਪਣੇ ਜੀਵਨ ਦੇ ਵਿੱਚ ਇੱਕ ਤੇ ਸ਼ਾਂਤੀ ਨੂੰ ਲੈ ਕੇ ਆਉਂਦਾ ਤੇ ਇੱਕ ਪ੍ਰੇਮ ਨੂੰ ਲੈ ਕੇ ਆਉਂਦਾ ਵਾ। When you start to forgive, it brings in peace and as well love. ਸੋ ਆਪਾਂ ਇੱਕ ਹੋਰ ਆਇਤ ਪੜਾਂਗੇ। We will also read one more verse. Ephesians. Yes. Okay. Chapter 4, 32 verse. Okay. Be kind and compassionate to one another. ਇੱਕ ਦੂਜੇ ਦੇ ਨਾਲ ਤਰਸਵਾਨ ਹੋਵੋ, Forgive each other, ਇੱਕ ਦੂਜੇ ਨੂੰ क्षमा ਕਰੋ, just as in Christ God forgave you. ਜਿੱਦਾਂ ਮਸੀਹ ਦੇ ਵਿੱਚ ਤੁਹਾਨੂੰ ਯੋਗ ਹੈ। ਇਹ ਤਾਂ ਤੁਹਾਨੂੰ ਸਮਝ ਆਈ ਗਿਆ ਹੋਵੇਗਾ। And you might have understood this. ਸੋ ਅੱਜ ਦਾ ਮੇਰਾ ਇੰਨਾ ਹੀ ਟੌਪਿਕ ਸੀਗਾ। And this was my topic for today. ਤੁਹਾਨੂੰ ਪਸੰਦ ਆਇਆ? Do you like it? Glory to Nice. God. Good. ਸੋ ਅਗਲਾ ਸਮਾਂ ਪਾਸ ਵੀ Okay, fine. God bless you. ਕੋਇਰ ਆ ਜਾਓ। जोर से प्रभु की महिमा के लिए ताली बजाएं। न्यू जनरेशन कमिंग अप, नई जनरेशन है, ग्रो करेंगे और बहुत प्रभु के बड़े बड़े काम करेंगे। आमेन, आमेन। यूथ को एक प्रोत्साहन है कि आप भी आगे आएं ताकि सचमुच खुदा आपको भी यूज कर सके।